इसलिए तो श्री कृष्ण ने बड़ी प्यारी गल कही है, जरा गौर करना, ये लाइन भी बड़ी समझने वाली है। श्री कृष्ण कहते, जरा हम ध्यान देना, वो कहते कि आप जो बांटोगे वो ही आपके पास कई गुना होकर आएगा, फिर चाहे वो धन हो, अन्न हो, सम्मान हो, अपमान हो, नफरत हो या प्यार। जरा गौर करो, वो कहते जो तुसी वंडना है ना, दूजे नूं देना है, वही तुहाडे कोल कई गुना होके वापस आना है। कुदरत का नियम है, श्री कृष्ण ने किया, कहते कुदरत का नियम है कि आप जो बांटोगे वो ही आपके पास कई गुना होकर। हुण इहनूं इदां समझ लो, तुसी किसी नूं गाली दिंदे हो, बांटण दा मतलब जो तुसी दिंदे हो, तुसी किसी नूं गाली दिंदे हो सकदा तुसी एक दमो तो अगला 10 दे देवे तुहानूं, है तूं मैनूं इदां दित्ता, लै तेरा इदां तेरा उदां, ਉਹ 50 ਗਾਲੀਆਂ ਦੇ ਦੇਵੇ। ਇਹਦਾ मतलब मैं गाली बांटी सी तो कई गुना होके वापस। ये कहते आप जो बांटोगे वही आपके पास कई गुना होकर वापस आएगा, फिर चाहे वो धन हो, अन्न हो, सम्मान हो, अपमान हो, नफरत हो या प्यार। ਇਹਦਾ मतलब कि ਕੱਲੀ ਕੱਲੀ ਚੀਜ਼ ਨੂੰ ਸਮਝੀਏ। ਉਹ ਕਹਿੰਦੇ ਜੇ ਤੂੰ ਧਨ ਵੰਡਦਾ ਹੈ ਤਾਂ ਕੁਦਰਤ ਤੇਰੇ ਵਾਸਤੇ ਬਰਕਤਾਂ ਦੇ ਦਰਵਾਜ਼ੇ ਖੋਲ ਦਿੰਦੀ ਹੈ। ਤਾਂ ਹੀ ਕਹਿੰਦੇ ਦਾਨ ਦਿਏ ਧਨ ਨਾ ਘਟੇ, ਕਹਿ ਗਏ ਦਾਸ ਚਿੜੀ ਚੌਂਚ ਭਰ ਲੈ ਗਈ ਨਦੀ ਨਾ ਘਟਿਓ। ਤਾਂ ਹੀ ਹਰ ਧਾਰਮਿਕ ਗ੍ਰੰਥ ਦੇ ਅੰਦਰ ਹਰ ਜਗ੍ਹਾ ਦਾਨ ਦੇਣ ਦੀ ਪ੍ਰਥਾ ਹੈ ਕਿ ਦਸਵੰਧ ਉਹ ਨੇਕ ਪਾਸੇ ਲਾ, ਰੱਬ ਦੇ ਰਸਤੇ ਲਾ, ਕਿਉਂਕਿ ਲਾਏਗਾ ਤਾਂ ਪਾਏਗਾ, ਦੇਗਾ ਤਾਂ ਮਿਲੇਗਾ। ਧਰਤੀ 'ਚ ਬੀਜ ਪਾਵਾਂਗੇ ਤਾਂ ਫੇਰ ਹੀ ਬੋਰੀਆਂ ਘਰ ਜਾਣਗੀਆਂ। ਧਰਤੀ 'ਚ ਇੱਕ ਆਲੂ ਬੀਜਾਂਗੇ ਤਾਂ ਪੌਦਾ ਨਿਕਲੇਗਾ ਜਿਹਨੂੰ ਹਜ਼ਾਰਾਂ ਹੀ ਲੱਗਣਗੇ, ਤਾਂ ਜੇ ਪਹਿਲੇ ਹੀ ਨਹੀਂ ਦੇਗਾ ਤਾਂ ਫਿਰ ਮਿਲੇਗਾ ਵੀ। ये समझ लेना सारे ने। इसलिए वो कहते आप जो भी बांटोगे वो कई गुना होकर आपके पास आएगा। हुण क्या है, वो धन है, इसलिए कहते अगर धन ज्यादा चाहिए है तो फिर इनू नेक पासे लाओ, चंगे पासे लाओ, रब दे रस्ते च लाओ। किसे भुखे नू खाना खिलाओ, किसे प्यासे नू पानी पिलाओ, पर भुखे नू खाना खिलाने का फिर कहांगे भुखे नू खाना खिला दिओ, पैसा ना दिओ, क्योंकि हो सकता तुहाडा पैसा लैके मुर्गा खावे तो तुहाडी वजह नाल जान गई मुर्गे दी। समझदे हो कि नहीं? ਤੁਸੀਂ ਪੈਸਾ ਦਿੱਤਾ ਜਾ ਕੇ ਠੇਕੇ ਤੋਂ ਬੋਤਲ ਲਵੇ, ਹੁਣ ਬੋਤਲ ਲੈ ਕੇ ਨਸ਼ੇ 'ਚ ਜਾ ਕੇ ਘਰ ਵਾਲੀ ਨੂੰ ਕੁੱਟੇ ਤਾਂ ਤੁਹਾਡੀ ਵਜ੍ਹਾ ਨਾਲ ਮਾਰ ਪਈ, ਇਦਾਂ ਪਾਪ ਵੀ ਨਹੀਂ ਕਰਨਾ। ਸੋ ਪੈਸਾ ਵੀ ਦਾਨ ਉੱਥੇ ਕਰਨਾ ਜਿੱਥੇ ਸਾਨੂੰ ਹੋਣਾ ਚਾਹੀਦਾ ਕਿ ਸਾਡਾ ਪੈਸਾ ਸਹੀ ਜਗ੍ਹਾ। ਇਹਲੇ ਭੁੱਖਾ ਆ ਤਾਂ ਖਾਣਾ ਖਿਲਾ ਦਿਓ ਭਾਈ, ਬਹਿ ਕੇ ਖਾਣਾ ਖਾ ਲਾ, ਆਟੇ ਦਾ ਥੈਲਾ ਵੀ ਨਹੀਂ ਲੈ ਕੇ ਦੇਣਾ ਤੈਨੂੰ, ਕਿਉਂਕਿ ਕੀ ਪਤਾ ਮੇਰੇ ਕੋਲ ਆਟੇ ਦਾ ਥੈਲਾ ਲਵੇ ਤਾਂ ਉੱਥੇ ਜਾ ਕੇ ਵੇਚ ਕੇ ਪੈਸਾ ਲੈ ਕੇ ਫਿਰ ਦਾਰੂ ਪੀ ਲਾਵੇਂ ਤੂੰ, ਪਤਾ ਕੁਛ ਤਾਂ, ਕਿਉਂਕਿ ਇਹਨਾਂ ਨੇ ਪਹਿਲੀ ਸੈਟਿੰਗ ਕੀਤੀ ਹੁੰਦੀ ਹੈ। ਮੈਨੂੰ ਨਾ 2.5 ਕਿਲੋ 3 ਕਿਲੋ ਦਾਣੇ ਲੈ ਦਿਓ, ਉਹ ਦਾਣੇ ਦੀ ਪਹਿਲੀ ਸੈਟਿੰਗ ਹੁੰਦੀ ਹੈ ਕਿ ਭਾਈ ਮੈਂ ਦਾਣੇ ਲਿਆਣੇ ਆ, ਤੈਨੂੰ ਦੇਣੇ ਆ, ਤੂੰ ਮੈਨੂੰ ਪੈਸੇ ਦੇ ਦੀ, ਜਾਂ ਮੈਂ ਬੰਦ ਆਟੇ ਦਾ ਬੋਰਾ ਲੈਣਾ ਆ ਤਾਂ ਤੈਨੂੰ ਵਾਪਸ ਕਰ ਦੇਣਾ ਤਾਂ ਮੈਨੂੰ ਪੈਸੇ ਦੇ। ਉਹ ਪਹਿਲੀ ਇਹਨਾਂ ਦੀ ਸੈਟਿੰਗ ਹੁੰਦੀ ਹੈ ਮੰਗਣ ਵਾਲਿਆਂ ਦੀ। ਇਸ ਲਈ ਭੁੱਖ ਲੱਗੀ ਆ ਭਾਈ ਸਾਡੇ ਸਾਹਮਣੇ ਖਾ ਲੈ, ਬਹਿ ਕੇ ਖਾ ਲੈ, ਚਾਹੇ 10 ਰੋਟੀਆਂ ਖਾ, 100 ਦਾ ਖਾਣਾ ਖਾ ਲੈ, ਪੇਟ ਭਰ ਕੇ ਖਾ, ਪਰ ਤਸੱਲੀ ਤਾਂ ਹੋਵੇ ਤੇਰੇ ਪੇਟ 'ਚ ਗਿਆ ਔਰ ਅੱਛਾ ਗਿਆ ਹੈ, ਕੋਈ ਬੁਰੀ ਚੀਜ਼ ਨਹੀਂ ਗਈ ਤੇਰੇ ਅੰਦਰ। ਸੋ ਇਹਨੂੰ ਕਹਿੰਦੇ ਕਿ ਦਾਨ ਕਰੋ, ਰੱਬ ਦੇ ਰਸਤੇ, ਨੇਕੀ ਦੇ ਰਸਤੇ ਲਾਓ, ਉੱਥੇ ਲਾਓ ਕਿ ਜਿੱਥੇ ਸਾਨੂੰ ਸੰਤੁਸ਼ਟੀ ਹੋਵੇ ਕਿ ਮੈਂ ਜੇ 1 ਰੁਪਿਆ 10 ਰੁਪਏ 150 ਦਿੱਤਾ ਵੀ ਹੈ ਤਾਂ ਮੈਨੂੰ ਯਕੀਨ ਹੈ ਰੱਬ ਦੇ ਰਾਹ ਗਿਆ ਹੈ, ਇਹ ਸਹੀ ਪਾਸੇ ਗਿਆ ਹੈ, ਕਿਸੇ ਨਸ਼ੇ 'ਚ ਕਿਸੇ ਬੁਰੀ ਜਗ੍ਹਾ ਨਹੀਂ ਗਿਆ, ਇਹਨਾਂ ਕਿਸੇ ਦਾ ਭਲਾ ਹੋਣਾ ਹੈ, ਇਹ ਲੰਗਰ 'ਚ ਗਿਆ ਹੈ ਕਿਉਂਕਿ ਇਹ ਕਿਸੇ ਦਾ ਪੇਟ ਭਰੇਗੀ। ਤਾਂ ਹੀ ਤਾਂ ਕਹਿੰਦੇ ਲੰਗਰ ਦੀ ਸੇਵਾ ਕਰੋ, ਕਿਉਂਕਿ ਲੰਗਰ 'ਚ ਸੰਗਤਾਂ ਆਉਂਦੀਆਂ ਹੈ, ਜਿੱਥੇ ਅਰਦਾਸ ਕੀਤੀ ਜਾਂਦੀ ਹੈ ਤਾਂ ਫਿਰ ਉਹ ਲੰਗਰ ਕਿੰਨਿਆਂ ਦੇ ਮੂੰਹ 'ਚ ਪੈਂਦਾ ਹੈ ਤਾਂ ਕਿੰਨਿਆਂ ਨੂੰ ਉਹ ਪ੍ਰਸ਼ਾਦ ਖਾ ਕੇ ਆਰਾਮ ਵੀ ਮਿਲਦਾ ਹੈ, ਪੇਟ ਵੀ ਭਰਦਾ ਹੈ, ਤਾਂ ਜਿਹੜਾ ਉਹ ਲੰਗਰ ਦੀ ਸੇਵਾ ਕਰਦਾ ਉਹਨੂੰ ਨੇਕੀਆਂ ਵੀ ਮਿਲਦੀਆਂ ਹੈ। ਸੋ ਜਾਨੀ ਉਹ ਕਹਿੰਦੇ ਅਗਰ ਧਨ 'ਚ ਬਰਕਤ ਚਾਹੀਦੀ ਧਨ ਵੰਡ, ਅਗਰ ਅੰਨ ਜ਼ਿਆਦਾ ਚਾਹੀਦਾ ਹੈ ਤਾਂ ਅੰਨ ਦੀ, ਕਿਉਂਕਿ ਜੋ ਬਾਂਟੋਗੇ ਕਈ ਗੁਣਾ ਹੋ ਕੇ, ਫਿਰ ਚਾਹੇ ਉਹ ਧਨ ਹੋ ਅੰਨ ਹੋ, ਅੰਨ ਦਿੰਦੇ ਆ ਤਾਂ ਅੰਨ ਆਣਾ ਸ਼ੁਰੂ ਹੋ ਜਾਂਦਾ ਹੈ। ਇਹ ਕਹਾਣੀ ਤੁਸੀਂ ਸੁਣੀ ਹੈ ਕਿ ਨਹੀਂ? ਕਿ ਇੱਕ ਵਾਰ ਹਜ਼ਰਤ ਮੂਸਾ ਦੇ ਸਮੇਂ, ਇਹਦੇ ਸਮੇਂ ਹਜ਼ਰਤ ਮੂਸਾ ਇੱਕ ਖੁਦਾ ਦੇ ਪੈਗੰਬਰ, ਉਹਨਾਂ ਦੇ ਸਮੇਂ ਦੀ ਗੱਲ ਹੈ ਕਿ ਇੱਕ ਦਿਨ ਇੱਕ 60 ਸਾਲ ਦਾ ਬਜ਼ੁਰਗ ਤੇ ਉਹਦੀ ਘਰਵਾਲੀ ਬੜੇ ਦੁਖੀ ਪਰੇਸ਼ਾਨ ਮੂਸਾ ਦੇ ਕੋਲ ਚਲੇ ਗਏ ਤਾਂ ਹਜ਼ਰਤ ਮੂਸਾ ਨੂੰ ਕਹਿਣ ਲੱਗੇ ਕਿ ਤੁਸੀਂ ਤਾਂ ਖੁਦਾ ਦੇ ਪੈਗੰਬਰ ਔਰ ਸੁਣਿਆ ਤੁਹਾਡੀ ਸਿੱਧੀ ਗੱਲ ਰੱਬ ਨਾਲ ਹੈ, ਕਿਉਂਕਿ ਫਕੀਰਾਂ ਦੀ ਗੱਲ ਸਿੱਧੀ ਵੀ ਤੁਹਾਡੀ ਤਾਂ ਸਿੱਧੀ ਗੱਲ ਭਗਵਾਨ ਨਾਲ ਹੈ, ਰੱਬ ਨਾਲ ਹੈ। ਸੋ ਮਹਾਰਾਜ ਅਸੀਂ ਇਹ ਜਾਣਨਾ ਚਾਹੁੰਦੇ ਕਿ ਮੇਰੀ ਉਮਰ 60 ਸਾਲ ਦੇ ਕਰੀਬ ਹੋ ਗਈ ਹੈ ਔਰ ਦੇਖਣ ਨੂੰ ਤਾਂ ਗਰੀਬੀ ਵਿੱਚ ਇਦਾਂ ਲੱਗਦਾ 90 ਸਾਲ ਦਾ ਹੁੰਦਾ ਹੈ, ਕਿਉਂਕਿ ਜਦੋਂ ਪਰੇਸ਼ਾਨੀ ਜ਼ਿਆਦਾ ਹੋਵੇ ਤਾਂ ਛੋਟੀ ਉਮਰ 'ਚ ਬੰਦਾ ਜਲਦੀ ਮੈਚਿਓਰ ਲੱਗਣ ਲੱਗ ਜਾਂਦਾ ਹੈ। ਤਾਂ ਹੁਣ
ਉਹ ਕਹਿੰਦਾ ਮਹਾਰਾਜ ਮੈਂ ਇੱਕੋ ਹੀ ਗੱਲ ਜਾਣਨਾ ਚਾਹੁੰਦਾ ਹਾਂ ਕਿ ਮੈਨੂੰ ਦੋ ਚੀਜ਼ਾਂ ਦੱਸ ਦਿਓ ਕਿ ਮੇਰੇ ਜ਼ਿੰਦਗੀ ਚੋਂ ਕਦੀ ਇਹ ਗਰੀਬੀ ਦੂਰ ਹੋਏਗੀ, ਕਿਉਂਕਿ ਕਦੀ ਜਿੰਨੀ ਵੀ ਮੇਰੀ ਉਮਰ ਹੋਈ ਨਾ ਮੈਂ ਕਦੀ ਭਰ ਪੇਟ ਖਾਦਾ, ਨਾ ਮੇਰੀ ਘਰ ਵਾਲੀ ਨੇ ਕਦੀ ਭਰ ਪੇਟ ਖਾਦਾ। ਸੋ ਜੇ ਮਰਨਾ ਹੀ ਹੈ ਤਾਂ ਕੁਝ ਇਦਾਂ ਦੱਸ ਦਿਓ ਕਦੋਂ ਮਰਨਾ ਆ ਤਾਂ ਕਿ ਜਲਦੀ ਮੁਕਤੀ ਮਿਲੇ, ਤਾਂ ਜੇ ਨਹੀਂ ਮਰਨਾ ਤਾਂ ਇਹ ਦੱਸ ਦਿਓ ਸਾਡੇ ਜੀਵਨ 'ਚ ਕੋਈ ਸੁੱਖ ਦੇ ਦਿਨ ਹੈ ਕਿ ਨਹੀਂ, ਕਦੀ ਪੇਟ ਭਰ ਖਾਣਾ ਮਿਲੇਗਾ ਕਿ ਨਹੀਂ। ਇਹ ਦੋ ਗੱਲਾਂ ਪੁੱਛੀਆਂ ਉਹਨਾਂ ਕਿ ਉਮਰ ਕਿੰਨੀ ਕੁ ਹੈ, ਕਿੰਨਾ ਕੁ ਜੀਣਾ ਆ, ਤਾਂ ਜੇ ਜੀਣਾ ਹੀ ਹੈ ਫਰਜ਼ ਕਰੋ ਤੁਸੀਂ ਕਹਿ ਦੋ ਜੀ ਤੁਸੀਂ 100 ਸਾਲ ਜੀਣਾ ਆ, ਤਾਂ 100 ਸਾਲ 'ਚ ਕਦੀ ਪੇਟ ਭਰ ਖਾਣਾ ਵੀ ਮਿਲੇਗਾ ਕਿ ਨਹੀਂ, ਜਾਂ ਇਦਾਂ ਹੀ ਭੁੱਖੇ ਹੀ ਤੜਫ ਕੇ ਹੀ ਸਾਨੂੰ ਇਹ 100 ਸਾਲ ਜੀਣਾ ਪਏਗਾ। ਬਸ ਪੁੱਛ ਕੇ ਦੱਸ ਦਿਓ। ਮੂਸਾ ਕਹਿੰਦੇ ਹੁਣੇ ਕਰ ਲੈਂਦੇ ਆ, ਕਹਿੰਦੇ ਮੂਸਾ ਨੇ ਅੱਖਾਂ ਬੰਦ ਕੀਤੀਆਂ, ਖੁਦਾ ਨਾਲ ਹਮ ਕਲਾਮ ਹੋਏ, ਅੰਦਰ ਸੁਰਤੀ ਜੋੜੀ। ਔਰ ਇੱਥੇ ਇੱਕ ਗੱਲ ਇਹ ਵੀ ਕਹਾਂਗੇ ਕਿ ਰੱਬ ਕਿਤੇ ਬਾਹਰ ਨਹੀਂ ਹੈ, ਇਸ ਲਈ ਉਹਨੂੰ ਜੰਗਲਾਂ 'ਚ ਮੰਦਰਾਂ ਮਸਜਿਦਾਂ 'ਚ ਲੱਭਣ ਦੀ ਲੋੜ ਨਹੀਂ ਹੈ, ਕਿਉਂਕਿ परमात्मा किथे है। हर को देखण का भला क्या लगता है मोल, बाहर के पट बंद कर अंतर के पट। तो कबीर साहब कहते अंदर ही है बैठा तेरे, ताही कहते जब वो आंखें खुली, जब वो यानी वो ज्ञान दी अख, अंदरली अख, जब वो आंखें खुली तो देखा हर शय में वो भरपूर था। वो यानी परमात्मा भरपूर है। जब अंदर की आंखें खुली तो देखा हर शय में वो भरपूर है, हर शय में वो भरपूर है। फिर जब आंखें बंद की तो देखा अंदर खुदा का नूर है। ओ फकीरों के पास बैठकर ये समझ आई, फकीरों के पास बैठकर ये समझ पाई कि वो तो मेरे पास ही था, मैं ही उससे दूर था। कहते रब तो पास ही सी पर मैं ही दूर किदां। हुण कई बार ना तुसीं दो जने जिन्ने मर्जी नेड़े बह जाओ, एक गल कर रहे हो तो दूजे ध्यान ही किते होर होवे। वो कहता की गल, शरीर तो बैठा पर लगदा नहीं इत्थे, तू कित्थे गया है, तू तेरा ख्याल कित्थे है। ਇਹਦਾ ਮਤਲਬ ਨੇੜੇ ਹੁੰਦਿਆਂ ਹੋਏ ਵੀ ਕਈ ਵਾਰ ਆਪਣੀ ਸੋਚ ਨਾਲ ਅਸੀਂ ਦੂਜੇ ਤੋਂ ਦੂਰ। ਜਿੱਦਾਂ ਕਿਸੇ ਨੇ ਫਕੀਰ ਨੂੰ ਸਵਾਲ ਪੁੱਛਿਆ ਸੀ, ਕਹਿੰਦਾ ਮਾਰੇ ਗੁੱਸੇ 'ਚ ਲੋਕ ਉੱਚੀ ਕਿਉਂ ਬੋਲਦੇ ਆ। ਜਦੋਂ ਗੁੱਸਾ ਆਂਦਾ, ਕ੍ਰੋਧ ਆਂਦਾ, ਦੇਖਿਆ ਕਿ ਪਤੀ ਪਤਨੀ ਸਾਹਮਣੇ ਖੜਿਆ ਇੰਨੀ ਉੱਚੀ ਉੱਚੀ ਬੋਲਦੇ ਗੁਆਂਢੀ ਸੁਣਦੇ ਆ, ਜਾਂ ਭਰਾ ਇੰਨੀ ਉੱਚੀ ਬੋਲਦੇ ਆ ਗੁਆਂਢੀਆਂ ਨੂੰ ਪਤਾ ਲੱਗਦਾ ਹੈ, ਜਾਂ ਕਿਸੇ ਦਾ ਵੀ ਝਗੜਾ ਹੋਵੇ ਇੰਨੀ ਉੱਚੀ ਬੋਲਦੇ ਕਿ ਆਂਢ ਗੁਆਂਢ ਨੂੰ ਜਾਂ ਦੂਜਿਆਂ ਨੂੰ ਸੁਣਾਈ ਦਿੰਦਾ ਵੀ ਗੁੱਸੇ 'ਚ ਲੋਕ ਉੱਚੀ ਕਿਉਂ ਬੋਲਦੇ ਆ। ਤਾਂ ਫਕੀਰਾਂ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦੇ ਅੱਧਾ ਹੀ ਸਵਾਲ ਪੁੱਛਿਆ, ਦੂਜਾ ਵੀ ਪੁੱਛ ਲੈ ਕਿ ਗੁੱਸੇ 'ਚ ਲੋਕ ਉੱਚੀ ਕਿਉਂ ਬੋਲਦੇ ਤੇ ਪਿਆਰ 'ਚ ਲੋਕ ਹੌਲੀ ਕਿਉਂ ਬੋਲਦੇ। ਕਦੀ ਦੇਖਿਆ ਦੋ ਪਿਆਰੇ ਬੈਠੇ ਹੋਣਗੇ ਇਦਾਂ ਘੁਸਰ ਪੁਸਰ ਕਰਨਗੇ, ਨਾਲ ਦੇ ਨੂੰ ਸੁਣੇਗਾ ਹੀ ਨਹੀਂ। ਓਏ ਕੀ ਘੁਸਰ ਪੁਸਰ ਕਰਦੇ ਆ, ਇਹ ਰਾਜ ਦੀਆਂ ਗੱਲਾਂ, ਮੈਂ ਕਿਹਨੂੰ ਕਿਹਨੂੰ ਦੱਸਾਂ। ਉਹ ਇਦਾਂ ਲਾਗੇ ਬੈਠੇ ਗੱਲ ਕਰਨਗੇ ਪ੍ਰੇਮੀ, ਨਾਲ ਬੈਠੇ ਨੂੰ ਪਤਾ ਨਹੀਂ ਲੱਗਾ ਕੀ ਗੱਲ ਕਹਿ ਗਏ। ਉਹ ਟਾਈਮ ਫਿਕਸ ਕਰ ਲੈਂਦੇ ਮਿਲਣ ਮਿਲਣ ਦਾ, ਇੱਥੇ ਜਾਣਾ ਇੱਥੇ ਜਾਣਾ, ਨਾਲ ਦੇ ਨੂੰ ਪਤਾ ਨਹੀਂ ਲੱਗਦਾ। ਜਦੋਂ ਪ੍ਰੇਮ 'ਚ ਹੁੰਦਾ ਬੰਦਾ ਤਾਂ ਇੰਨਾ ਹੌਲੀ ਬੋਲਦਾ ਕਿ ਨਾਲ ਦੇ ਨੂੰ ਵੀ, ਤਾਂ ਜਦੋਂ ਗੁੱਸੇ 'ਚ ਹੁੰਦਾ ਹੈ ਏਦਾਂ ਬੋਲਦਾ ਕਿ ਗੁਆਂਢੀ ਵੀ ਸੁਣ ਲੈਂਦੇ ਆ। ਕਾਰਨ ਕੀ ਹੈ ਗੁੱਸੇ 'ਚ ਬੋਲਣ ਦਾ, ਉੱਚੀ ਕਾਰਨ ਕੀ ਹੈ, ਤਾਂ ਪ੍ਰੇਮ 'ਚ ਹੌਲੀ ਬੋਲਣ ਦਾ ਕਾਰਨ ਕੀ ਹੈ। ਕਾਰਨ ਇੱਕੋ ਹੀ ਹੈ ਕਿ ਗੁੱਸੇ ਦੇ ਵਿੱਚ ਇਨਸਾਨ ਦਾ ਸਰੀਰ ਤਾਂ ਨੇੜੇ ਹੁੰਦਾ ਹੈ ਪਰ ਦਿਲ ਇੰਨੇ ਦੂਰ ਹੋ ਜਾਂਦੇ ਹੈ, ਔਰ ਜਦੋਂ ਦਿਲ ਦੂਰ ਹੋ ਜਾਂਦੇ ਤਾਂ ਬੰਦਾ ਉੱਚੀ ਬੋਲ ਕੇ ਆਪਣੀ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਪ੍ਰੇਮ ਦੇ ਵਿੱਚ ਦਿਲ ਇੰਨੇ ਨਾਲ ਜੁੜ ਜਾਂਦੇ ਹੈ ਕਿ ਆਵਾਜ਼ਾਂ ਦੀ ਲੋੜ ਹੀ ਨਹੀਂ ਰਹਿ ਜਾਂਦੀ। ਇਹ ਗੱਲ ਦਿਲਾਂ ਦੀ ਹੈ, ਸਰੀਰਾਂ ਦੀ ਨਹੀਂ ਹੈ। ਜਦੋਂ ਦਿਲ ਇੰਨੇ ਨੇੜੇ ਹੁੰਦੇ ਆ ਬੰਦਾ ਹੌਲੀ ਹੌਲੀ ਬੋਲਦਾ, ਇਸ਼ਾਰੇ ਵੀ ਸਮਝ ਲੈਂਦਾ ਹੈ, ਹੁੰਦਾ ਕਿ ਨਹੀਂ। ਜਦੋਂ ਨੱਥੂ ਲਾਲ ਬੈਠਾ ਸੀ ਪਾਰਕ 'ਚ, ਉਹਦੀ ਘਰ ਵਾਲੀ ਨਾਲ ਬੈਠੀ ਸੀ, ਉਹਦਾ ਦੋਸਤ ਗਿਆ ਸਾਹਮਣੇ ਉਹ ਸਾਈਕਲ ਤੇ ਜਾਂਦਾ ਜਾਂਦਾ, ਪਤਾ ਕੀ ਕਹਿੰਦਾ, ਨੱਥੂ ਲਾਲ ਕਹਿੰਦਾ, ਘਰ ਵਾਲੀ ਕਹਿੰਦੀ ਕਮਾਲ ਦੀ ਗੱਲ ਆ, ਤੁਹਾਨੂੰ ਜਾਂਦਾ ਤਾਂ ਫਲਾਈਂਗ ਕਿਸ ਦੇ ਗਿਆ, ਫਲਾਈਂਗ ਕਿਸ ਦੇ ਗਿਆ, ਕੀ ਗੱਲ ਆ, ਚੱਕਰ ਕੀ ਆ ਤੁਹਾਡਾ। ਉਹ ਕਹਿੰਦਾ ਭਾਗਵਾਨ ਨੇ ਫਲਾਈਂਗ ਕਿਸ ਨਹੀਂ ਦੇ ਕੇ ਗਿਆ। ਉਹ ਪੁੱਛਦਾ ਸੀ ਬੀੜੀ ਹੈਗੀ, ਬੀੜੀ, ਮੈਂ ਕਿਹਾ ਹੈ ਨਹੀਂ। ਹੁਣ ਜਿਹੜੇ ਗਹਿਰੇ ਮਿੱਤਰ ਹੁੰਦੇ ਇਸ਼ਾਰੇ ਵੀ ਸਮਝ, ਪਿਆਰ ਵਿੱਚ ਇਸ਼ਾਰੇ ਵੀ ਸਮਝੇ ਜਾਂਦੇ ਆ। ਹੁਣ ਇੱਥੇ ਇਹ ਨਹੀਂ ਕਹਿ ਰਹੇ ਬੀੜੀਆਂ ਪਏ, ਦੱਸਣਾ ਚਾਹੁੰਦੇ ਆ ਅਸੀਂ ਨਸ਼ਿਆਂ ਤੋਂ ਦੂਰ ਰਹੋ, ਕਿਉਂਕਿ ਨਸ਼ੇ ਸਾਡੇ ਜੀਵਨ ਨੂੰ ਬਰਬਾਦ ਕਰਦੇ ਆ। ਇਹ ਤਾਂ ਸਿਰਫ ਦੱਸਿਆ ਕਿ ਜਿਹਨੇ ਸਮਝਣਾ ਹੋਵੇ ਇਸ਼ਾਰਿਆਂ ਨੂੰ ਵੀ ਸਮਝ ਲੈਂਦਾ ਹੈ, ਉਹ ਤਾਂ ਇਸ਼ਾਰਾ ਬਸ ਗੱਲ ਹੋ ਗਈ। ਕਿਉਂਕਿ ਦਿਲ ਇੰਨੇ ਨੇੜੇ ਹੈ ਕਿ ਇਸ਼ਾਰਾ ਵੀ ਸਮਝ ਲਿਆ। ਤਾਂ ਗੁੱਸੇ ਵਿੱਚ ਦਿਲ ਇੰਨੀ ਦੂਰ ਹੋ ਜਾਂਦੇ ਹੈ ਕਿ ਬੰਦੇ ਨੂੰ ਉੱਚੀ ਉੱਚੀ ਬੋਲ ਕੇ ਸੁਣਾਉਣਾ ਪੈਂਦਾ ਦੂਜੇ ਨੂੰ। ਉਹ ਭਾਈ ਸਾਹਮਣੇ ਖੜਾ ਹੌਲੀ ਬੋਲ ਲੈ, ਕੀ ਉੱਚੀ ਬੋਲਣ ਦੀ ਲੋੜ, ਗੁਆਂਢੀਆਂ ਨੂੰ ਕੀ। ਪਰ ਨਹੀਂ, ਬੰਦਾ ਮੰਨਦਾ ਨਹੀਂ, ਉੱਚੀ ਬੋਲੇਗਾ। ਜਦੋਂ ਉੱਚੀ ਆਵਾਜ਼ ਉੱਚੀ ਹੋ ਜਾਵੇ ਨਾ, ਸਮਝ ਲਓ ਦਿਲ ਦੂਰ ਹੋ ਗਏ। ਤਾਂ ਜਦੋਂ ਆਵਾਜ਼ ਨਰਮ ਹੋ ਜਾਵੇ, ਧੀਰੀ ਹੋ ਜਾਵੇ, ਧੀਮੀ ਹੋ ਜਾਵੇ, ਤਾਂ ਸਮਝ ਲਓ ਪਿਆਰ ਹੋ ਗਿਆ।
ਕਿਉਂਕਿ ਹੁਣ ਇੱਥੇ ਬੋਲਣ ਦੀ ਵੀ ਲੋੜ ਨਹੀਂ। ਤਾਂ ਹੀ ਤਾਂ ਕਹਿੰਦੇ ਮਾਂ ਆਪਣੇ ਬੱਚੇ ਦੇ ਗੂੰਗੀ, ਜਿੱਦਾਂ ਉਹ ਕਹਿੰਦੇ ਨਾ ਮਾਂ ਗੂੰਗੇ ਦੀ ਰਮਜਾ ਗੂੰਗੇ ਦੀ, ਬੱਚੇ ਨੂੰ ਬੋਲਣ ਦੀ ਲੋੜ ਨਹੀਂ, ਮਾਂ ਸਮਝ ਲੈਂਦੀ ਹੈ, ਕੋਈ ਦਿਲ ਨਾਲ ਦਿਲ ਜੁੜਿਆ। ਸਮਝ ਆ ਗਈ ਕਿ ਨਹੀਂ? ਇਸ ਕਰਕੇ ਇੱਥੋਂ ਹੁਣ ਤੁਹਾਨੂੰ ਵੀ ਪਤਾ ਲੱਗ ਜਾਏਗਾ ਉੱਚੀ ਬੋਲਣ ਦਾ ਕਾਰਨ ਕੀ ਹੈ ਗੁੱਸੇ 'ਚ, ਤਾਂ ਪਿਆਰ 'ਚ ਹੌਲੀ ਬੋਲਣ ਦਾ ਕਾਰਨ ਕੀ ਹੈ, ਕਿਉਂਕਿ ਗੱਲ ਸਰੀਰਾਂ ਦੀ ਨਹੀਂ ਹੈ। ਔਰ ਇਹੀ ਚੀਜ਼ ਫਕੀਰ ਦੱਸਦੇ ਹੈ ਕਿ ਜਦੋਂ ਅੰਦਰਲੀ ਅੱਖ ਖੁੱਲਦੀ ਹੈ ਫਿਰ ਬੰਦਾ ਜਿੱਧਰ ਦੇਖਦਾ ਰੱਬ ਦਾ ਨੂਰ ਭਰਪੂਰ ਹੈ, ਜਦੋਂ ਅੱਖ ਬੰਦ ਕਰਦਾ ਤਾਂ ਦੇਖਦਾ ਮੇਰੇ ਅੰਦਰ ਵੀ ਉਹ ਰੱਬ ਦਾ ही नूर है। और फकीरों के पास बैठकर ये समझ आई कि वो तो मेरे पास था, मैं ही उससे दूर, तू ही उससे दूर है, कि वो तो तेरे कोल ही सी पर तेरा दिल ही दूर सी, कि तू बाहर लभदा सी कि मंदिर च लभ लईए, मस्जिद च लभ लईए, तीर्थां ते लभ लईए, जंगलां च लभ लईए, पहाड़ां च लभ लईए, तो जिन्ना मर्जी बाहर दौड़ी जाओ, रब जद भी मिलना है कित्थे मिलना है, क्योंकि अंदर ही तो बैठा है। बोलो समझदे हो कि नहीं? ਹੁਣ ਕਹਾਣੀ ਕਿਹੜੀ ਚੱਲ ਰਹੀ ਸੀ ਦੇਖੀਏ, ਯਾਦ ਆ ਕਰੀ ਤੁਹਾਨੂੰ? ਨਹੀਂ ਹੁਣ ਵੀਰਵਾਲ ਦੀ ਤਾਂ ਪਹਿਲਾਂ ਸੀ, ਹੁਣ ਕੋਈ ਕਹਿ ਰਹੇ ਸੀ ਅਸੀਂ ਹੈ ਹਜ਼ਰਤ ਮੂਸਾ ਦੀ। ਦੇਖਿਆ, ਇਹਨੂੰ ਕਹਿੰਦੇ ਟੈਸਟ ਲੈਣਾ ਕਿ ਯਾਦ ਵੀ ਹੈ ਕਿ ਨਹੀਂ ਤੁਹਾਨੂੰ, ਉੱਦਾਂ ਹੀ ਬੈਠੇ ਹੋ ਕਿ ਧਿਆਨ ਖਾਣੇ ਵਾਲਾ ਸਤਸੰਗ ਖਤਮ ਹੋਵੇ, ਭੁੱਖ ਲੱਗੀ ਆ ਖਾਣਾ ਖਾ ਕੇ ਘਰ ਨੂੰ ਜਾਈਏ, ਪਰ ਨਹੀਂ, ਸ਼ਾਬਾਸ਼ ਪਾਸ ਹੋ ਗਏ ਟੈਸਟ 'ਚ ਤੁਸੀਂ, ਕਿ ਤੁਹਾਨੂੰ ਪਤਾ ਮੂਸਾ ਦੀ ਗੱਲ ਚੱਲ ਰਹੀ ਹੈ। ਸੋ मूसा ने अखा बंद की, खुदा नाल गल हो गई। क्यों हो गई? चुप चपीते, क्योंकि रब बड़ा, जो रब नेड़े है तो फिर अखा बंद ते गल हो जाती है, तो जो रब दिल दूर है तो जिन्ना मर्जी रौला पा लो। तां तां कहंदे मुल्ला जिन्नियां मर्जी अजाना दे ला उच्चियां उच्चियां, वो रब कोई बहरा नहीं है, दूर नहीं है, वो तैनू रौला पाउण दी लोड़ नहीं है, दिल च प्यार विश्वास पैदा करन दी लोड़ है, क्योंकि जिन्हां दिलां च प्यार हुंदा वो अख बंद करदे है ते यार नाल गल कर लैंदे। दिल के आईने में है तस्वीरे यार, जब जरा गर्दन झुकाई, तो जिन्होंने दूर समझे उच्चा रौला पाणगे, मालिको सुनिया कि नहीं? तो मालिक दा तेरे अंदर वसदा है भाई, प्यार पैदा कर, विश्वास पैदा कर, तो अंदरों ही सुनेगा। बिन बोलिया सब कुछ जानदा, किस आगे वो तो तेरे अंदर ही है। सो मूसा ने तार जोड़ी, खुदा नाल गल होई, तो कहंदे जो हुक्म होया मूसा ने अखां खोलियां, बजुर्ग नूं दस्सिया कि बजुर्गो गल सुनो, दरअसल तुहाडी उम्र 90 साल है और तुहाडी पत्नी की उम्र 95 साल है, तो रब ने कहा कि तुहाडी किस्मत विच ना सिर्फ 25 बोरियां आ दाणियां दियां, ਜਿਹੜੀਆਂ मैं 60 साल की उम्र तो लैके 95 साल तक, 90 साल तक, 30 साल तेनू, 35 साल तेरी घर वाली नू, इन्हां बोरियां जो थोड़ा थोड़ा देना आ। हुण तेरी मर्जी है, जे पेट भरना चाहता हुणे इकट्ठियां ले ला, पर बाद चों भुखा मरना पैना है, तो या फिर जिद्दां जिंदगी चलदी है चलन, जिद्दां हुण कोई कहे तुहानूं कि लै बई तेरे 10 दिन है, हुण आ एक थाली रोटी दी मिलनी है, ये चाहे बुरकी बुरकी खा रोज, तो चाहे इकट्ठी खा लै, पर मिलनी यही है। तो हुण एक बंदा कहेगा इक्को बारी पेट भर लो, मरदे मर्जी, तो दूजा कहेगा नहीं भाई थोड़ा थोड़ा ही मिले, पर 10 दिन जे बंद ही रहना तो 10 दिन, हुण समझ लो इहनूं होर ईजी कर लईए, 10 दिन एक कैद खाने च रहना है, 10 रोटियां आ तुहानूं मिल गईयां, हुण तुहानूं पता होर नहीं मिलनियां, हुण जा तां 10 इक्को ही दिन च खा जा, जा फिर कह मैं रोज एक एक, ताकि 10 दिन मेरे आराम नाल। तां पर बजुर्ग सी, बजुर्ग ने पता की किया, कहंदा महाराज 65 साल हो गए, 30 साल यानी 60 साल हो गए, हाले 35 साल होर भुखे ही। सो मारे भुखे नालों तो चंगा ना तुसीं रब नूं कहो सारियां बोरियां इकट्ठियां दे दे मैनूं, कम से कम जिन्ने दिन खावां जीवांगे खा लवांगे, बाद चों भुख ना मर जी तो कोई गल नहीं। और नाले जे रब ने कह ही दिता है जीना ही 90 साल है, तो फिर भुख ना तो मरन नहीं लगा मैं, क्योंकि ये भी विश्वास है, ये भी कहते यकीन। मूसा कहते ऐ खुदा, ये कहता मैनू सारियां बोरियां हुणे ही दे दे, रब दा हुक्म आया जा फिर मूसा ਇਹਦਾ जिन्ना रिज्क है ना इकट्ठा मांग ले, इकट्ठा ही मिल जाएगा, क्योंकि मैं सब दा रिज्क लिखिया है, ताही कहते दाने दाने पे लिखा है खाने। जरा समझना हुण कहा जाता है कि जदों बुजुर्ग घर पहुंचिया तो की होया कि एक बादशाह वो जदों उत्थों ही गुजर रहा है, इधरों बुजुर्ग अपनी पत्नी दे नाल वापस जा रहा है, ਉਹਦੀ हालत देखी तो बादशाह ने पूछा बुजुर्गो कित्थों आ रहे हो? कहते जी मूसा कोल गए सी। तो बादशाह ही मूसा नूं मनदा सी, हाँ जी क्यों गए सी? अपनी भुख का सवाल लैके, क्योंकि 60 साल की उम्र हो गई पर कभी पेट भर के खाना नहीं खादा। राजे नूं बड़ा आया, एक बुजुर्ग मेरे राज्य च भुखा,
ਉਹਨੇ ਕੀ ਕਿਹਾ, ਉਹ ਜਾਓ 35 ਬੋਰੀਆਂ ਘਰ ਰੱਖ ਦਿਓ ਆਟੇ ਦੀਆਂ ਦੇ। ਉਹੀ ਬੋਰੀਆਂ ਕਿਹਦੇ ਬਹਾਨੇ ਮਿਲੀਆਂ? ਦੇਣ ਵਾਲਾ ਰੱਬ ਹੈ ਕਿ ਜਾ ਦਿੱਤਾ, ਪਰ ਬਹਾਨਾ ਬਣ ਗਿਆ ਰਾਜੇ ਦਾ। ਹੁਣ ਜਦੋਂ ਘਰ ਆ ਗਿਆ ਆਟੇ ਦੀਆਂ ਬੋਰੀਆਂ, ਘਰ ਵਾਲੀ ਨੇ ਇਹਨਾਂ ਦੋਨਾਂ ਨੇ ਬਣਾਈਆਂ ਰੋਟੀਆਂ, ਪੇਟ ਭਰ ਕੇ ਖਾਧੀਆਂ। ਤਾਂ ਫਿਰ ਪਤਾ ਕੀ ਕਹਿਣ ਲੱਗਾ ਘਰ ਵਾਲਾ? ਕਹਿੰਦਾ ਦੇਖ ਇੰਨਾ ਆਟਾ ਘਰ 'ਚ ਪਿਆ ਰਿਹਾ ਤਾਂ ਖਰਾਬ ਹੋ ਜਾਣਾ, ਕਿਉਂਕਿ ਅਸੀਂ 2 ਜੀ ਆ। ਕਿੰਨੀਆਂ 4 ਰੋਟੀਆਂ ਤੂੰ ਖਾ ਲੈਂਦੀ, 4 ਮੈਂ ਖਾ ਲੈਂਦੀ, ਤੇ ਇਹ ਤਾਂ ਸਾਡੇ ਤੋਂ ਕਿੰਨੇ ਮਹੀਨੇ ਨਹੀਂ ਮੁੱਕਣਾ। ਇਹਨਾਂ 'ਚ ਬੈ ਸੁੰਡੀ, ਇਹ ਹੋ ਜਾਣਾ ਖਰਾਬ। ਇਦਾਂ ਕਰਦੇ ਆ ਜਿੰਨਾ ਕਿ ਅਸੀਂ ਖਾ ਲਿਆ 1 ਬੋਰੀ ਰੱਖ ਲੈ, ਬਾਕੀ ਜਿਹੜੀਆਂ ਹੈਗੀਆਂ ਨਾ 34 ਬੋਰੀਆਂ, ਇਹਦਾ ਲੰਗਰ ਬਣਾ ਕੇ ਭੁੱਖਿਆਂ ਨੂੰ ਖਿਲਾ ਦਿੰਦੇ ਆ। ਘਰ ਵਾਲੀ ਕਹਿੰਦੀ ਗੱਲ ਤਾਂ ਠੀਕ ਹੈ, ਚਲੋ ਜਾਂਦੇ ਜਾਂਦੇ ਨੇਕੀ ਸਹੀ। ਕਹਿੰਦੇ ਉਹਨਾਂ ਨੇ ਕੀ ਕੀਤਾ, ਬੋਰੀ ਲਈ ਖੋਲੀ, ਰੋਟੀਆਂ ਬਣਾਈਆਂ, ਤਾਂ ਜਿਹੜਾ ਹੀ ਪਤਾ ਲੱਗੇ ਬੰਦਾ ਭੁੱਖਾ ਹੈ, ਕੋਈ ਮੰਗਣ ਵਾਲਾ, ਸਭ ਨੂੰ ਖਾਣਾ ਖਿਲਾਉਣਾ ਸ਼ੁਰੂ ਕਰਤਾ। ਹੁਣ ਅੱਜ ਅੱਧੀ ਬੋਰੀ ਦਾ ਬਣਾਇਆ, ਅਗਲੇ ਦਿਨ ਫਿਰ ਅੱਧੀ ਦਾ ਬਣਾਤਾ, ਉਹ ਤੋਂ ਅਗਲੇ ਦਿਨ ਫਿਰ ਅੱਧੀ ਦਾ ਬਣਾਤਾ। ਆਪ ਵੀ ਖਾਂਦੇ ਤੇ ਦੂਜਿਆਂ ਨੂੰ ਵੀ ਵੰਡੀ ਜਾਂਦੇ ਆ। ਤਾਂ ਹੁਣ ਕੀ ਹੋ ਗਿਆ ਭੁੱਖਿਆਂ ਨੂੰ? ਉਹ ਭਾਈ ਉਹ ਬਜ਼ੁਰਗ ਦੇ ਘਰ ਖਾਣਾ ਮਿਲਦਾ ਖਾਣ ਨੂੰ, ਹੁਣ ਭੁੱਖੇ ਆ ਕੇ ਲਾਈਨਾਂ ਲਾ ਕੇ ਬਹਿਣ ਲੱਗ ਪਏ। ਹੁਣ ਜਦੋਂ ਭੁੱਖੇ ਆ ਕੇ ਲਾਈਨਾਂ ਲਾ ਕੇ ਬਹਿਣ ਲੱਗ ਪਏ, ਏਦਾਂ ਹੀ ਸਿਲਸਿਲਾ ਲੰਗਰ ਦਾ ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ। ਕਹਿੰਦੇ ਇਹ ਘਟਨਾ ਨੂੰ 6 ਮਹੀਨੇ ਗੁਜ਼ਰ ਗਏ। ਇੱਕ ਦਿਨ ਮੂਸਾ ਗੁਜ਼ਰ ਰਹੇ ਉੱਥੋਂ ਦੀ, ਉਹ ਮੂਸਾ ਕਹਿੰਦੇ ਬੜੀ ਲੰਬੀ ਭੁੱਖਿਆਂ ਦੀ ਲਾਈਨ ਲੱਗੀ, ਘਰ ਕਿਹਦਾ ਆ? ਘਰ ਕਿਹਦਾ ਇਹ? ਜਦੋਂ ਪੁੱਛਿਆ ਘਰ ਕਿਹਦਾ ਹੈ, ਉਹ ਦੇਖਿਆ ਬਜ਼ੁਰਗ ਜਿਹੜੇ ਆਏ ਸੀ 6 ਮਹੀਨੇ ਪਹਿਲਾਂ ਕਿ ਮਹਾਰਾਜ ਕਦੀ ਪੇਟ ਭਰ ਖਾਣਾ ਨਹੀਂ ਖਾਧਾ, ਰੱਬ ਨੂੰ ਪੁੱਛ ਦੋ। ਇਹ ਤਾਂ ਉਹੀ ਬਜ਼ੁਰਗ ਹੈ ਜਿਹੜਾ ਭੁੱਖਾ ਸੀ, ਦੁਖੀ ਸੀ, ਜਿਹਨੂੰ ਰੱਬ ਨੇ ਕਿਹਾ ਸੀ ਇੰਨੀਆਂ ਬੋਰੀਆਂ ਤੇਰੀ ਕਿਸਮਤ 'ਚ, ਉਹ ਸਾਰੀਆਂ ਦੇ ਦਿੱਤੀਆਂ। ਅੱਜ ਇਹਦੇ ਘਰ ਇੰਨੇ ਲੋਕ ਖਾ ਰਹੇ, ਹੋਇਆ ਕੀ? ਹੁਣ ਜਦੋਂ ਗਿਆ ਬਜ਼ੁਰਗ ਨੇ ਦੇਖਿਆ ਹਜ਼ਰਤ ਮੂਸਾ ਨੂੰ, ਕਹਿੰਦਾ ਹਜ਼ਰਤ ਆ ਗਏ ਤੁਸੀਂ, ਆਓ ਤੁਸੀਂ ਵੀ ਖਾਣਾ ਖਾਓ। ਉਹ ਮੂਸਾ ਕਹਿੰਦੇ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ? ਕਹਿੰਦਾ ਮਹਾਰਾਜ ਆਪ ਹੀ ਦੇਖ ਲਓ। ਜਦੋਂ ਅੰਦਰ ਦੇਖਿਆ ਤਾਂ ਘਰ ਚਾਵਲ, ਆਟਾ, ਦਾਲ, ਯਾਨੀ ਲੰਗਰ ਦੇ ਸਮਾਨ ਨਾਲ ਭਰਿਆ ਹੋਇਆ ਹੈ। ਉਹ ਮੂਸਾ ਕਹਿੰਦੇ ਤੇਕੋ ਕਿੱਥੋਂ ਆ ਗਿਆ ਇਹ? ਕਿਉਂਕਿ ਮੇਰੇ ਰੱਬ ਨੇ ਤੇ ਕਿਹਾ ਸੀ ਤੇਕੋ ਸਿਰਫ ਪੂਰੀ ਜ਼ਿੰਦਗੀ 'ਚ ਇੰਨੀਆਂ ਹੀ ਬੋਰੀਆਂ ਰਹਿ ਗਈਆਂ, ਇੰਨਾ ਹੀ ਆਟਾ ਰਹਿ ਗਿਆ, ਉਹ ਇੰਨਾ ਕਿੱਥੋਂ ਆ ਗਿਆ? ਕਹਿੰਦਾ ਜੀ ਇਹ ਤਾਂ ਮੈਨੂੰ ਪਤਾ ਨਹੀਂ, ਆਪਣੇ ਰੱਬ ਨੂੰ ਹੀ ਪੁੱਛ ਲਓ। ਕਹਿੰਦੇ ਮੂਸਾ ਨੇ ਤਾਰ ਜੋੜੀ, ਰੱਬਾ ਆਹ ਕੀ? ਤੂੰ ਤਾਂ ਕਿਹਾ ਸੀ ਉਹਦੇ ਕਿਸਮਤ 'ਚ 35 ਬੋਰੀਆਂ, ਉਹ ਤਾਂ ਹੁਣ ਘਰ ਭਰਿਆ ਪਿਆ, ਭੰਡਾਰ ਬਣ ਗਿਆ, ਡਰਮ ਭਰੇ ਪਏ, ਇਹ ਕਿੱਥੋਂ ਆ ਗਿਆ? ਤਾਂ ਖੁਦਾ ਨੇ ਕਿਹਾ ਮੂਸਾ ਇਹੀ ਤਾਂ ਮੇਰੇ ਘਰ ਦੀ ਰੀਤ ਹੈ। ਪਹਿਲਾਂ ਉਹਨਾਂ ਆਪਣੇ ਬਾਰੇ ਮੰਗਿਆ ਸੀ, ਆਪਣੇ ਬਾਰੇ ਮੰਗਿਆ ਤਾਂ ਉਨਾ ਹੀ ਸੀ, ਪਰ ਜਦੋਂ ਉਹਨਾਂ ਵੰਡਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਇਹਨੂੰ ਹੋਰ ਦੇਣਾ ਸ਼ੁਰੂ ਕਰ ਦਿੱਤਾ। ਆ ਦੇਖੋ ਏਦਾਂ ਹੀ ਆਉਂਦਾ ਹੈ, ਫਿਰ ਰਹਿਮਤਾਂ ਆ ਰਹੀਆਂ ਤੁਹਾਡੇ ਵੱਲ, ਸਮਝਦੇ ਹੋ ਕਿ ਨਹੀਂ? ਹੁਣ ਤੁਹਾਡੇ ਤੱਕ ਪਤਾ ਨਹੀਂ ਪਹੁੰਚੀ ਕਿ ਨਹੀਂ ਪਹੁੰਚੀ, ਇਹ ਤੁਸੀਂ ਫੀਲ ਕਰਨਾ। ਰਹਿਮਤ, ਰਹਿਮਤ, ਰਹਿਮਤ। ਉਹ ਕਹਿੰਦੇ ਜਦੋਂ ਉਹਨਾਂ ਵੰਡਣਾ ਪਹਿਲਾਂ ਆਪਣੇ ਬਾਰੇ ਮੰਗਿਆ ਸੀ, ਆਪਣੇ ਬਾਰੇ ਮੰਗਦਾ ਤਾਂ ਉਨਾ ਹੀ ਮਿਲਣਾ ਸੀ, ਪਰ ਜਦੋਂ ਉਹਨਾਂ ਵੰਡਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਉਹਨੂੰ ਹੋਰ, ਕਿਉਂਕਿ ਜਿੱਥੇ ਲੰਗਰ ਚੱਲਦੇ ਆ ਫਿਰ ਉੱਥੇ ਸੇਵਾ ਕਰਨ ਵਾਲੇ ਪਿਆਰੇ ਵੀ ਕਿ ਭਾਈ ਇੱਥੇ ਭੁੱਖਿਆਂ ਨੂੰ ਖਾਣਾ ਖਿਲਾਇਆ ਜਾਂਦਾ, ਲੋ ਮੇਰਾ ਵੱਲੋਂ ਵੀ ਸੇਵਾ ਪਾ ਦਿਓ, ਆ ਮੇਰੇ ਵੱਲੋਂ ਵੀ ਆਟਾ ਦੇ ਦਿਓ, ਆ ਮੇਰੇ ਵੱਲੋਂ ਦਾਲ ਦੇ ਦਿਓ, ਆ ਮੇਰੇ ਵੱਲੋਂ ਚਾਵਲ ਦੇ ਦਿਓ। ਉਹਦੇ ਕੋਲ ਹੋਰ ਆਣਾ ਸ਼ੁਰੂ ਹੋ ਗਿਆ। ਉਹ ਕਹਿੰਦਾ ਮੇਰੇ ਰੱਬ ਨੇ ਇੰਨਾ ਦਿੱਤਾ ਕਿ ਹੁਣ ਆਪਣਾ ਦਾ ਪੇਟ ਭਰਦਾ ਹੀ, ਹਰ ਰੋਜ਼ ਹਜ਼ਾਰਾਂ ਪੇਟ ਭਰ ਕੇ ਜਾਂਦੇ ਤਾਂ ਘਰ ਫਿਰ ਭਰਿਆ ਹੈ। ਇਹਨੂੰ ਕਹਿੰਦੇ ਦੇਣ ਦੀ ਬਰਕਤ। ਤਾਂ ਹੀ ਸ਼੍ਰੀ ਕ੍ਰਿਸ਼ਨ ਦੀ ਗੱਲ ਯਾਦ ਰੱਖਣਾ, ਫਿਰ ਕਵਾਂਗੇ, ਫਿਰ ਸਤਸੰਗ ਨੂੰ ਸਮਾਪਤ ਕਰਾਂਗੇ, ਸਮਝਦੇ ਹੋ ਕਿ ਨਹੀਂ? ਕਿਉਂਕਿ ਸ਼੍ਰੀ ਕ੍ਰਿਸ਼ਨ ਕਹਿੰਦੇ ਆਪ ਜੋ बांटोगे वही आपको कई गुना होकर वापस, आपके पास कई गुना होकर वापस आएगा। फिर चाहे वो धन हो, अन्न हो, सम्मान हो, अपमान हो, नफरत हो या प्यार। हुण कहंदे जे धन चाहिदा है धन नूं नेक पासे लाओ, जे अन्न चाहिदा है तो लंगर च सेवा अन्न दी पाओ, तो जे अपमान चाहिदा तो दूजे दा अपमान करना शुरू कर दिओ, तुहाडा अपमान होना। क्योंकि जिहड़ा दूजे दी बेइज्जती करेगा फिर ओहदी बेइज्जती होएगी। ਤੁਸੀਂ ਕਿਸੇ ਨੂੰ ਤੂੰ ਕਹਿ ਕੇ ਬੁਲਾਓਗੇ ਤਾਂ ਅਗਲੇ ਨੇ ਵੀ ਹਾਂ ਦੱਸ ਤੈਨੂੰ ਕੀ, ਠੀਕ ਹੈ ਤੂੰ ਕਿੱਥੇ ਚੱਲਾਂ, ਉਹ ਤੈਨੂੰ ਕੀ ਜਿੱਥੇ ਮਰਜ਼ੀ ਜਾਵਾਂ। ਹਾਂਜੀ ਭਾਈ ਸਾਹਿਬ ਕਿੱਥੇ ਚੱਲੇ ਹੋ? ਨਹੀਂ ਭਾਈ ਸਾਹਿਬ ਕਿਤੇ ਨਹੀਂ ਚੱਲੇ, ਤੁਸੀਂ ਦੱਸੋ। ਹੋਰ ਕਿਸੇ ਨੂੰ ਭਾਈ ਸਾਹਿਬ ਕਵਾਂਗੇ, ਤੁਸੀਂ ਕਵਾਂਗੇ ਤਾਂ ਅਗਲਾ ਵੀ ਤੁਸੀਂ ਕਹੇਗਾ, ਤਾਂ ਕਿਸੇ ਨੂੰ ਤੂੰ ਕਵਾਂਗੇ ਤਾਂ ਅੱਗਿਓਂ ਵੀ, ਕਿਸੇ ਨੂੰ ਗਾਲ ਦੇਵਾਂਗੇ ਤਾਂ ਅੱਗਿਓਂ ਕੀ ਮਿਲਣਾ ਹੈ? ਅੱਗਿਓਂ ਪਿਆਰ ਮਿਲਣਾ। ਫਿਰ ਜਵਾਬ ਦੇ ਦਿਓ। ਹੁਣ ਤੁਸੀਂ ਕੁੱਤੇ ਨੂੰ ਡੰਡਾ ਦਿਖਾਓਗੇ ਤਾਂ ਕੀ ਮਿਲਣਾ ਹੈ? ਜਵਾਬ ਦੇ ਦਿਓ। ਕੁੱਤਾ ਡੰਡੀ ਵੱਢਣ ਨੂੰ ਫਿਰੇਗਾ, ਮੁੱਚ ਮਾਰਨ ਨੂੰ ਫਿਰੇਗਾ, ਖਾਣ ਨੂੰ ਫਿਰੇਗਾ, ਕਿਉਂਕਿ ਡੰਡਾ ਚੱਕ ਲੈ ਦੰਦ ਦਿਖਾਏਗਾ। ਤਾਂ ਕੁੱਤੇ ਨੂੰ ਰੋਟੀ ਪਾ ਦਿਓ, ਪਿਆਰ ਨਾਲ ਹੱਥ ਫੇਰੋ ਤਾਂ ਕੁੱਤਾ ਕੀ ਕਰੇਗਾ? ਤੁਹਾਡੇ ਪੈਰ ਚੱਟੇਗਾ, ਪੂਛ ਹਿਲਾਏਗਾ ਤੁਹਾਡੇ ਮੋਰੇ, क्योंकि एक कुदरत का नियम है। आप जो बांटोगे वही कई गुना होकर आपके पास वापस आएगा।
ਕਿਸੇ ਦਾ ਅਪਮਾਨ ਕਰਾਂਗੇ, ਕਿਸੇ ਦੀ ਨਿੰਦਿਆ ਕਰਾਂਗੇ ਤਾਂ ਘਰ ਘਰ ਤੁਹਾਡੀ ਨਿੰਦਿਆ ਹੋਏਗੀ, ਤੁਹਾਡਾ ਅਪਮਾਨ ਹੋਏਗਾ। ਕਿਸੇ ਦਾ ਸਨਮਾਨ ਕਰਾਂਗੇ, ਕਿਸੇ ਦੀ ਇੱਜ਼ਤ ਕਿਸੇ ਨੂੰ ਇੱਜ਼ਤ ਦੇਵਾਂਗੇ, ਕਿਸੇ ਦੀ ਇੱਜ਼ਤ ਕਰਾਂਗੇ ਤਾਂ ਘਰ ਘਰ ਤੁਹਾਡੀ ਇੱਜ਼ਤ ਹੋਏਗੀ, ਤੁਹਾਡਾ ਸਨਮਾਨ ਹੋਏਗਾ। ਤਾਂ ਜੇ ਕਿਸੇ ਨਾਲ ਨਫ਼ਰਤ ਕਰਾਂਗੇ ਤਾਂ ਫਿਰ ਦੁਨੀਆ ਤੁਹਾਡੇ ਨਾਲ ਨਫ਼ਰਤ ਕਰੇਗੀ। ਤਾਂ ਜੇ ਤੁਸੀਂ ਦੂਜਿਆਂ ਨਾਲ ਪਿਆਰ ਕਰੋਗੇ ਤਾਂ ਤੁਹਾਨੂੰ ਕਈ ਗੁਣਾ ਹੋ ਕੇ, ਹੁਣ ਅੱਜ ਬੰਦਾ ਕਹਿੰਦਾ ਮੈਨੂੰ ਪਿਆਰ ਨਹੀਂ ਮਿਲਦਾ, ਉਹ ਭਾਈ ਇਹ ਨਾ ਕਿ ਮੈਨੂੰ ਮਿਲਦਾ ਨਹੀਂ, ਤੂੰ ਕਰਦਾ ਕਿੰਨੇ ਨੂੰ ਹੈ। ਹੁਣ ਬੋਏ ਪੇੜ ਬਬੂਲ ਕਾ ਫਿਰ ਆਮ ਕਹਾਂ ਸੇ, ਤੂੰ ਆਪ ਨਫ਼ਰਤ ਦੇ ਬੀਜ ਬੋਂਦਾ ਪਿਆ ਤਾਂ ਲੱਭਦਾ ਪਿਆਰ ਕਿੱਥੋਂ ਮਿਲਣਾ ਹੈ। ਕਈ ਬੰਦੇ ਦੇਖੇ ਨਾ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਵੀ ਨਿੰਦਿਆ ਹੀ ਕਰਦੇ ਰਹਿੰਦੇ ਆ, ਫਿਰ ਕਹਿੰਦੇ ਸਾਡੇ ਜੀਵਨ ਖੁਸ਼ੀ ਨਹੀਂ ਆਉਂਦੀ, ਸਾਡੇ ਜੀਵਨ 'ਚ ਬਰਕਤਾਂ ਨਹੀਂ ਆਉਂਦੀਆਂ। ਪਰ ਕਰਨਾ ਕੀ ਉਹਨਾਂ ਨੇ? ਨਿੰਦਿਆ, ਸੰਤਾਂ ਦੀ ਨਿੰਦਿਆ, ਗੁਰੂਆਂ ਦੀ ਨਿੰਦਿਆ, ਉਹ ਜੀ ਇਦਾਂ, ਉਹ ਜੀ ਉਦਾਂ। ਜਰਾ ਸਮਝ ਲੈਣਾ ਸਾਰਿਆਂ ਨੇ। ਹੁਣ ਇੱਥੇ ਫਿਰ ਕਵਾਂਗੇ ਮੂਸਾ ਦੀ ਕਹਾਣੀ ਤੋਂ ਕੀ ਸਮਝ ਆਈ ਕਿ ਰੱਬ ਨੇ ਕਿਹਾ ਜਦੋਂ ਤੱਕ ਆਪਣੇ ਬਾਰੇ ਮੰਗਦਾ ਸੀ ਤਾਂ ਉਨਾ ਹੀ ਮਿਲਣਾ ਸੀ, ਪਰ ਜਦੋਂ ਉਹਨਾਂ ਵੰਡਣਾ ਸ਼ੁਰੂ ਕਰਤਾ ਮੈਨੂੰ ਹੋਰ ਦੇਣਾ। ਹੁਣ ਰੱਬ ਨੇ ਤੁਹਾਨੂੰ ਵੀ ਹੋਰ ਦੇਣਾ ਸ਼ੁਰੂ ਕਰ ਦੇਣਾ ਜਦੋਂ ਤੁਸੀਂ ਵੰਡਣਾ ਸ਼ੁਰੂ ਕਰ ਦਿੱਤਾ। ਇਹ ਯਾਦ ਰੱਖੋ, ਕਿਉਂਕਿ ਰੱਬ ਦੇ ਘਰ ਦਾ ਨਿਯਮ ਹੈ। ਔਰ ਇਹ ਗੱਲ ਸ਼੍ਰੀ ਕ੍ਰਿਸ਼ਨ ਕਹਿ ਰਹੇ ਹੈ, ਜੋ ਬਾंटोगे ਮਿਲੇਗਾ। ਇਹਲੇ ਪਿਆਰ ਚਾਹੀਦਾ ਤਾਂ ਸਭ ਨੂੰ ਪਿਆਰ ਕਰੋ, ਔਰ ਜੇ ਚਾਹੁੰਦੇ ਹੋ ਨਫ਼ਰਤ ਤਾਂ ਫਿਰ ਭਾਈ ਨਫ਼ਰਤ ਕਰੋ, ਫਿਰ ਨਫ਼ਰਤ ਹੀ ਮਿਲੇਗੀ। ਅਪਮਾਨ ਕਰੋਗੇ ਅਪਮਾਨ ਹੀ ਮਿਲੇਗਾ, ਸਨਮਾਨ ਕਰੋਗੇ ਸਨਮਾਨ ਮਿਲੇਗਾ। ਹੁਣ ਤੁਸੀਂ ਕੀ ਚਾਹੁੰਦੇ ਹੋ? ਔਰ ਜੇ ਕਾਮਯਾਬੀ ਚਾਹੁੰਦੇ ਹੋ ਨਾ ਤਾਂ ਫਿਰ ਕਹਾਂਗੇ ਦੂਜਿਆਂ ਦੀ ਮਦਦ ਕਰੋ ਕਾਮਯਾਬ ਹੋਣ ਵਿੱਚ, ਰੱਬ ਤੁਹਾਡੀ ਮਦਦ ਕਰੇਗਾ ਕਾਮਯਾਬ ਹੋਣ ਵਿੱਚ। ਜਦੋਂ ਅਸੀਂ ਦੂਜਿਆਂ ਦੇ ਰਸਤੇ ਰੁਕਾਵਟਾਂ ਪਾਉਂਦੇ ਨਾ, ਇਹ ਕਾਮਯਾਬ ਨਹੀਂ ਹੋਣਾ ਚਾਹੀਦਾ, ਤਾਂ ਕੁਦਰਤ ਸਾਡੇ ਰਸਤੇ ਰੁਕਾਵਟਾਂ ਖੜੀਆਂ ਕਰ ਦਿੰਦੀ ਹੈ, ਸਾਨੂੰ ਕਦੀ ਕਾਮਯਾਬੀ ਨਹੀਂ ਮਿਲਦੀ। ਇਹ ਗੱਲ ਯਾਦ ਰੱਖਣਾ, ਕਿਉਂਕਿ ਜੋ ਦੇਣਾ ਹੈ ਸਾਨੂੰ ਮਿਲਣਾ ਵੀ। ਹੁਣ ਕੋਈ ਕਹਿੰਦੇ ਇਹਦਾ ਕੰਮ ਨਹੀਂ ਬਣਨਾ ਚਾਹੀਦਾ, ਓਏ ਰੋਕ ਲੈ ਉਹਦੇ ਕੰਮ ਨੂੰ, ਤਾਂ ਯਾਦ ਰੱਖ ਉਹਦਾ ਇੱਕ ਕੰਮ ਤੂੰ ਰੋਕਣਾ, ਤੇਰੇ ਹਜ਼ਾਰਾਂ ਕੰਮ ਰੋਕਦੇ ਨੇ ਰੱਬ ਨੇ। ਉਹਦੇ ਇੱਕ ਕੰਮ ਬਣਾਉਣ ਵਿੱਚ ਮਦਦ ਕਰੇਗਾ ਤਾਂ ਤੇਰੇ ਰੁਕੇ ਹੋਏ ਹਜ਼ਾਰਾਂ ਕੰਮ ਰੱਬ ਬਣਾਉਣਾ ਸ਼ੁਰੂ ਕਰ ਦੇਗਾ। ਇਸ ਕਰਕੇ ਇਹ ਸੋਚ ਰੱਖ ਆਪਣੀ, ਕਿਉਂਕਿ ਜਿਹੜਾ ਗਿਰਦਿਆਂ ਨੂੰ ਉਠਾਉਂਦਾ ਹੈ, ਇਹ ਫਿਰ ਕਵਾਂਗੇ ਕਿ ਜੇ ਤੁਸੀਂ ਗਿਰਦੇ ਨੂੰ ਉਠਾਉਂਦੇ ਹੋ ਨਾ ਤਾਂ ਰੱਬ ਕਹਿੰਦਾ ਸ਼ਾਬਾਸ਼, ਅੱਜ ਤੂੰ ਇਸ ਨੂੰ ਉਠਾਇਆ ਹੈ ਤਾਂ ਦੇਖ ਮੈਂ ਤੈਨੂੰ ਇੰਨਾ ਉਚਾਈ ਤੇ ਲੈ ਜਾਣਾ ਕਿ ਦੁਨੀਆ ਤੈਨੂੰ ਦੇਖੇਗੀ ਕਿ ਕਿੱਥੋਂ ਕਿੱਥੇ ਪਹੁੰਚ ਗਿਆ। ਇਸ ਕਰਕੇ ਕਿਸੇ ਨਾਲ ਨਫ਼ਰਤ ਨਾ ਕਰੋ, ਕਿਸੇ ਨੂੰ ਕਾਮਯਾਬ ਹੁੰਦਾ ਦੇਖ ਕੇ ਸੜੋ ਨਾ, ਬਲਕਿ ਸਭ ਨਾਲ ਪਿਆਰ ਕਰੋ, ਸਰਬੱਤ ਦਾ ਭਲਾ ਮੰਗੋ, ਸਭ ਦੀ ਕਾਮਯਾਬੀ ਮੰਗੋ, ਕਿਉਂਕਿ ਜਦੋਂ ਸਭ ਦੀ ਕਾਮਯਾਬੀ ਮੰਗਦੇ ਆ ਤਾਂ ਫਿਰ ਸਾਨੂੰ ਕਾਮਯਾਬੀ ਮਿਲਣੀ। ਇਹਲੇ ਕਾਮਯਾਬ ਹੋਣਾ ਨਾ ਤੇ ਦੁਆ ਕਰਿਆ ਕਰੋ, ਅਰਦਾਸ ਕਰਿਆ ਕਰੋ, ਮੇਰੇ ਮਾਲਕ ਸਭ ਨੂੰ ਖੁਸ਼ੀਆਂ ਦੇ, ਸਭ ਨੂੰ ਤੰਦਰੁਸਤੀ ਦੇ, ਸਭ ਦੇ ਕੰਮਾਂ ਕਾਰਾਂ 'ਚ ਬਰਕਤ ਪਾ। ਕਿਉਂਕਿ ਜਦੋਂ ਇਦਾਂ ਦੀ ਦੁਆ ਕਰਦੇ ਆ, ਅਰਦਾਸ ਕਰਦੇ ਆ, ਪ੍ਰਾਰਥਨਾ ਕਰਦੇ ਆ ਤਾਂ ਸਾਡੇ ਜੀਵਨ ਖੁਸ਼ੀਆਂ ਆਣੀਆਂ ਸ਼ੁਰੂ। ਕਿਉਂਕਿ ਜੋ ਬਾंटोगे ਤੁਸੀਂ ਵੰਡਦੇ ਆ ਦੁਆਵਾਂ ਤਾਂ ਤੁਹਾਨੂੰ ਵੀ ਦੁਆਵਾਂ ਹੀ ਮਿਲਣਗੀਆਂ। ਤੁਸੀਂ ਵੰਡਦੇ ਆ ਬਦ ਦੁਆਵਾਂ, ਇਹਦਾ ਭਲਾ ਨਾ ਹੋਵੇ, ਇਹਦਾ ਬੇੜਾ ਗਰਕ ਹੋ ਜਾਵੇ, ਤੁਸੀਂ ਬਦ ਦੁਆਵਾਂ ਵੰਡਦੇ ਹੋ ਤਾਂ ਤੁਹਾਨੂੰ ਵੀ ਕੀ ਮਿਲਣੀਆਂ? ਫਿਰ ਬਦ ਦੁਆ ਦੇ ਬਦਲੇ ਬਦ ਦੁਆ ਹੀ ਮਿਲਣੀ ਹੈ। ਹੁਣ ਤੁਸੀਂ ਖਰਾ ਸਿੱਕਾ ਦਿੰਦੇ ਹੋ ਦੁਕਾਨਦਾਰ ਨੂੰ ਤਾਂ ਚੀਜ਼ ਵੀ ਖਰੀ ਮਿਲਣੀ ਹੈ, ਤਾਂ ਜੇ ਖੋਟਾ ਸਿੱਕਾ ਦਓਗੇ ਤਾਂ ਮਿਲਣਾ ਕੀ? ਫਿਰ ਖਾਲੀ ਹੱਥ ਹੀ ਆਣਾ ਪੈਣਾ, ਕਿਉਂਕਿ ਖੋਟੇ ਸਿੱਕੇ ਚੱਲਦੇ ਨਹੀਂ ਹੈ। ਇਸ ਲਈ ਅਸੀਂ ਕਿਹਾ ਜਾਂਦਾ ਹੈ, ਹੁਣ ਕਈ ਕਹਿ ਦਿੰਦੇ ਨਾ ਉਹ ਮਾਲਕੋ ਉਹ ਤੁਹਾਡੇ ਬਾਰੇ ਇਦਾਂ ਕਹਿੰਦਾ ਉਦਾਂ ਕਹਿੰਦਾ, ਤਾਂ ਇੱਕੋ ਹੀ ਗੱਲ ਕਹੀਦੀ ਹੈ ਕਿ ਖੋਟੇ ਸਿੱਕੇ ਜੋ खुद चले नहीं बाजार में आज वो ही कमियां ढूंढ रहे हैं मेरे किरदार में। कि ਜਿਹੜੇ ਆਪ ਕਿਤੇ ਚੱਲਦੇ ਨਹੀਂ ਹੈ ਉਹ ਦੂਜਿਆਂ ਦੀ ਕਮੀਆਂ ਕੱਢ ਕੱਢ ਕੇ ਆਪਣੇ ਮਨ ਨੂੰ ਤਸੱਲੀ ਦਿੰਦੇ। ਸਮਝਦੇ ਹੋ ਕਿ ਨਹੀਂ? ਤਾਂ ਜਿਨ੍ਹਾਂ ਦੇ ਆਪਣੇ ਗੁਣ ਹੁੰਦੇ ਆ ਉਹਨਾਂ ਕੋਲ ਇੰਨਾ ਵਕਤ ਹੀ ਨਹੀਂ ਹੁੰਦਾ ਕਿਸੇ ਨਿੰਦਿਆ ਕਰਨ, ਕਿਸੇ ਨੂੰ ਬੁਰਾ ਕਹਿਣ। ਉਹ ਕਹਿੰਦੇ ਆਪਣੇ ਆਪ ਨੂੰ ਬਿਹਤਰ ਬਣਾਉਣ ਵਿੱਚ ਅਸੀਂ ਇੰਨੇ ਮਸਰੂਫ ਆ, ਬਿਜ਼ੀ ਆ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈ ਕਿਸੇ ਦੀ ਨਿੰਦਿਆ ਕਰਨ ਦਾ। ਕਿਸੇ ਨੂੰ ਬੁਰਾ ਬੋਲਣ ਦਾ ਵਕਤ ਉਹਦੇ ਕੋਲ ਹੁੰਦਾ ਜਿਹੜਾ ਆਪ ਵਿਹਲਾ ਬੈਠਾ ਹੋਵੇ। ਤਾਂ ਜਿਹੜਾ ਆਪ ਬਿਜ਼ੀ ਹੋਵੇ, ਦੂਜਿਆਂ ਦਾ ਭਲਾ ਕਰਨ 'ਚ ਲੱਗਾ ਹੋਵੇ, ਉਹਨੂੰ ਮਤਲਬ ਨਹੀਂ ਦੁਨੀਆ ਕੀ ਕਹਿੰਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਆਪਣੇ ਆਪ ਨੂੰ ਬਿਹਤਰ ਬਣਾਉਣ ਵਾਸਤੇ ਅਸੀਂ ਕੋਸ਼ਿਸ਼ ਕਰਨੀ ਹੈ, ਕਿਸੇ ਦੀ ਨਿੰਦਿਆ ਕਰਨ ਵਾਸਤੇ ਨਹੀਂ। ਕਿਹੜਾ ਕੀ ਕਰ ਰਿਹਾ, ਕਿਹੜਾ ਕੀ ਨਹੀਂ ਕਰ ਰਿਹਾ, ਇਸ ਲਈ ਸਮਝ ਲੈਣਾ ਸਾਰਿਆਂ ਨੇ।